जी काल नमस्ते जी आया ਨੂੰ ਬੱਚਿਓ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਜੋ ਅਸੀਂ ਅਗਲੀ ਕਵਿਤਾ ਕਰਨ ਜਾ ਰਹੇ ਹਾਂ ਉਹ ਹੈ 12ਵੀਂ ਕਲਾਸ ਦੀ ਕਵਿਤਾ ਲੂਣਾ ਜੋ ਕਿ ਲਿਖੀ ਹੋਈ ਹੈ ਸ਼ਿਵ ਕੁਮਾਰ ਬਟਾਲਵੀ ਦੀ। ਇਸ ਕਵਿਤਾ ਵਿੱਚ ਜੋ ਕਵੀ ਨੇ ਦੱਸਿਆ ਹੈ ਉਹਨਾਂ ਗਰੀਬ ਲੜਕੀਆਂ ਬਾਰੇ ਜਿਨ੍ਹਾਂ ਦੀ ਸ਼ਾਦੀ ਨਹੀਂ ਹੋ ਸਕਦੀ ਦਹੇਜ ਕਾਰਨ ਜਾਂ ਦਾਜ ਕਰਕੇ ਨਹੀਂ ਹੋ ਰਹੀ, ਪਿਤਾ ਦੀ ਗਰੀਬੀ ਕਰਕੇ ਨਹੀਂ ਹੋ ਰਹੀ, ਔਰ ਕਈ ਵਾਰ ਫਿਰ ਉਹਨਾਂ ਦਾ ਜਿਹੜਾ ਵਿਆਹ ਹੈ ਆਪਣੇ ਤੋਂ ਵਡੇਰੀ ਉਮਰ ਦੇ ਵਿਅਕਤੀ ਨਾਲ ਹੋ ਜਾਂਦਾ ਹੈ ਜਾਂ ਫਿਰ ਕਿਤੇ ਲੜਕੀਆਂ ਦਾ ਸੌਦਾ ਕਰ ਦਿੱਤਾ ਜਾਂਦਾ ਹੈ। ਸੋ ਉਸ ਲੜਕੀ ਦੀ ਤਰਾਸਦੀ, ਉਸ ਲੜਕੀ ਦੇ ਦੁੱਖਾਂ ਨੂੰ ਇਸ ਕਵਿਤਾ ਵਿੱਚ ਕਵੀ ਨੇ ਬਹੁਤ ਸੋਹਣੀ ਤਰ੍ਹਾਂ ਬਿਆਨ ਕੀਤਾ ਹੈ। ਆਓ ਇਸ ਦਾ ਅਸੀਂ ਅੱਜ ਕਵਿਤਾ ਹੈ ਲੂਣਾ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ। ਸੋ ਇਸ ਕਵਿਤਾ ਵਿੱਚ ਕਵੀ ਕਹਿ ਰਿਹਾ ਹੈ ਮੈਂ ਅੱਗ ਤੁਰੀ ਪਰਦੇਸ ਨਹੀਂ ਸਈਓ ਅੱਗ ਟੁਰੀ ਪਰਦੇਸ। ਕਿ ਲੜਕੀ ਕਹਿ ਰਹੀ ਹੈ ਕਿ ਮੇਰਾ ਜਿਹੜਾ ਕਿ ਹੁਣ ਵਿਆਹ ਦੀ ਉਮਰ ਹੋ ਗਈ ਹੈ, ਮੇਰੀ ਸ਼ਾਦੀ ਦੀ ਉਮਰ ਹੋ ਗਈ ਹੈ ਔਰ ਮੈਂ ਚਲੀ ਜਾਵਾਂਗੀ ਵਿਆਹ ਕਰਕੇ ਆਪਣੇ ਪਿਤਾ ਦੇ ਘਰੋਂ। ਅੱਗ ਦੀ ਉਮਰੇ ਹਰ ਅੱਗ ਤੁਰਦੀ ਜਾ ਬਹਿੰਦੀ ਪਰਦੇਸ। ਅੱਗ ਦੀ ਉਮਰ ਯਾਨੀ ਕਿ ਜਦੋਂ ਲੜਕੀ ਦੀ ਉਮਰ ਵਿਆਹਣ ਯੋਗ ਹੋ ਜਾਂਦੀ, ਜਵਾਨ ਹੋ ਜਾਂਦੀ, ਤਾਂ ਕਹਿੰਦੇ ਕਿ ਹਰ ਲੜਕੀ ਜਦੋਂ ਵਿਆਹਣ ਦੇ ਲਾਇਕ ਹੋ ਜਾਂਦੀ ਤਾਂ ਉਸ ਦੀ ਸ਼ਾਦੀ ਕਰ ਦਿੱਤੀ ਜਾਂਦੀ ਔਰ ਆਪਣੇ ਸਸੁਰਾਲ ਜਾ ਕੇ ਸਹੁਰੇ ਘਰ ਜਾ ਕੇ ਬੈਠ ਜਾਂਦੀ ਹੈ। ਹਰ ਅੱਗ ਦੇ ਬਾਬਲ ਦੇ ਚੁੱਲ੍ਹੇ ਨਾ ਉਸਦਾ ਸੇਕ। ਕਿ ਕੋਈ ਵੀ ਜਿਹੜੀ ਲੜਕੀ ਕਦੀ ਵੀ ਸਦਾ ਲਈ ਹਮੇਸ਼ਾ ਲਈ ਆਪਣੇ ਪਿਤਾ ਦੇ ਘਰ ਨਹੀਂ ਰਹਿ ਸਕਦੀ, ਉਸ ਨੂੰ ਆਪਣੇ ਸਸੁਰਾਲ ਜਾਂ ਸਹੁਰੇ ਘਰ ਜਾਣਾ ਹੀ ਪੈਂਦਾ ਹੈ। ਹਰ ਅੱਗ ਦੇ ਬਾਬਲ ਦੇ ਜਾਈ ਤੁਰ ਜਾਏ ਦੂਰ ਹਮੇਸ਼। ਕਿ ਹਰ ਪਿਤਾ ਦੀ ਜਾਈ ਬੇਟੀ ਹਮੇਸ਼ਾ ਪਿਤਾ ਦਾ ਘਰ ਨੂੰ ਛੱਡ ਕੇ ਦੂਰ ਕਿਸੇ ਹੋਰ ਘਰ ਫਿਰ ਚਲੀ ਜਾਂਦੀ ਹੈ। ਇਹ ਕੀ ਅੱਗ ਦੇ ਲੇਖ ਨਹੀਂ ਸਹੀਓ ਇਹ ਕੀ ਅੱਗ ਦੇ ਲੇਖ। ਕਿ ਇਹ ਕੈਸੀ ਲੜਕੀ ਦੀ ਕਿਸਮਤ ਹੈ। ਇੱਥੇ ਅੱਗ ਜਿਹੜਾ ਹੈ ਲੜਕੀ ਵਾਸਤੇ ਇਸਤੇਮਾਲ ਕੀਤਾ ਸ਼ਬਦ ਹੈ। ਕਹਿ ਰਹੀ ਕਿ ਇਹ ਲੜਕੀ ਦੀ ਕੈਸੀ ਕਿਸਮਤ ਹੈ ਕਿ ਪਿਤਾ ਦੇ ਘਰ ਉਹ 20-22 ਸਾਲ ਰਹਿੰਦੀ ਹੈ, ਲਾਡਾਂ ਨਾਲ ਪਲਦੀ ਹੈ ਔਰ ਫਿਰ ਉਸ ਦਾ ਜਿਹੜਾ ਵਿਆਹ ਕਰਕੇ ਉਸਨੂੰ ਕਿਸੇ ਦੂਸਰੇ ਘਰ ਭੇਜ ਦਿੱਤਾ ਜਾਂਦਾ ਹੈ। ਕੈਸੀ ਕਿਸਮਤ ਉਸ ਲੜਕੀ ਦੀ ਹੈ। ਸੋ ਪਹਿਲਾ ਪੈਰਾ ਅਸੀਂ ਲੂਣਾ ਕਵਿਤਾ ਦਾ ਕਰ ਲਿਆ। ਹੋਰ ਇਹ ਦੂਸਰਾ ਪੈਰਾ ਹੈ। ਦੂਸਰੀ ਪੈਰੇ ਵਿੱਚ ਕਵੀ ਕਹਿ ਰਿਹਾ ਹੈ ਹਰ ਘਰ ਦੀ ਕੰਜਕ ਦੀ ਆਵੇ ਜਦ ਵੀ ਅਗਨ ਵਰੇਸ। ਕੰਜਕ ਇੱਥੇ ਕਿਹਾ ਗਿਆ ਛੋਟੀ ਜਿਹੀ ਲੜਕੀ, ਜਿਹੜੀ ਜਦੋਂ ਕੰਜਕ ਪੂਜਨ ਹੁੰਦਾ, ਕੰਜਕ ਛੋਟੀ ਲੜਕੀ। ਅਗਨ ਵਰੇਸ ਜਦੋਂ ਲੜਕੀ ਵੱਡੀ ਉਮਰ ਦੀ ਹੋ ਜਾਂਦੀ ਹੈ, ਜਵਾਨ ਹੋ ਜਾਂਦੀ ਹੈ, ਵਿਆਹੁਣ ਲਾਇਕ ਹੋ ਜਾਂਦੀ ਹੈ। ਹਰ ਘਰ ਦੀ ਕੰਜਕ ਦੀ ਆਵੇ ਜਦ ਵੀ ਅਗਨ ਵਰੇਸ। ਕਿ ਜਦ ਵੀ ਛੋਟੀ ਲੜਕੀ ਜਦੋਂ ਵੱਡੀ ਹੋ ਜਾਂਦੀ ਹੈ, ਉਸਦੀ ਵਿਆਹ ਦੀ ਉਮਰ ਹੋ ਜਾਂਦੀ ਹੈ। ਹਰ ਬਾਬਲ ਦੀ ਨੀਂਦ ਗਵਾਚੇ ਬਲ ਦਾ ਵਿਹੜਾ ਵੇਖ। ਹਰ ਪਿਤਾ ਦੀ ਨੀਂਦ ਗਵਾਚ ਜਾਂਦੀ ਹੈ, ਨੀਂਦ ਕਿਤੇ ਖੋ ਜਾਂਦੀ ਹੈ ਕੀ ਦੇਖ ਕੇ ਬਲ ਦਾ ਵਿਹੜਾ ਤੋਂ ਭਾਵ ਹੈ ਕਿ ਆਪਣੀ ਲੜਕੀ ਵੱਡੀ ਹੁੰਦੀ ਵੇਖ ਕੇ ਹਰ ਪਿਤਾ ਦੀ ਨੀਂਦ ਗਵਾਚ ਜਾਂਦੀ ਹੈ ਕਿ ਲੜਕੀ ਵਿਆਹੁਣ ਲਾਇਕ ਹੋ ਜਾਂਦੀ ਹੈ। ਪਿਤਾ ਨੂੰ ਚਿੰਤਾ ਹੋ ਜਾਂਦੀ ਕਿ ਉਸਦੇ ਵਾਸਤੇ ਮੈਂ ਵਰ ਢੂੰਡਣਾ ਹੈ। ਹਰ ਬਾਬਲ ਫਿਰ ਵਰ ਢੂੰਡਣ ਜਾਵੇ ਹਰ ਅਗਨੀ ਦੇ ਮੇਜ। ਕਿ ਫਿਰ ਹਰ ਪਿਤਾ, ਹਰ ਲੜਕੀ ਦਾ ਪਿਤਾ ਜਦੋਂ ਲੜਕੀ ਵਿਆਹੁਣ ਜੋਗੀ ਹੋ ਜਾਂਦੀ ਹੈ ਉਸ ਵਾਸਤੇ ਵਰ, ਉਸ ਵਾਸਤੇ ਉਸਦਾ ਪਤੀ ਲੱਭਣ ਵਾਸਤੇ ਜਾਂਦਾ ਹੈ। ਹਰ ਅਗਨੀ ਦੇ ਮੇਜ ਆਪਣੀ ਲੜਕੀ ਦੇ ਬਰਾਬਰ ਦਾ, ਲੜਕੀ ਦੀ ਉਮਰ ਦੇ ਬਰਾਬਰ ਦਾ, ਉਹਦੀ ਕੱਦ ਕਾਠੀ ਦੇ ਬਰਾਬਰ ਦਾ, ਉਹਦੇ ਨਾਲ ਰੰਗ ਰੂਪ ਮੈਚ ਹੁੰਦਾ ਹੋਵੇ, ਹਰ ਚੀਜ਼ ਹਰ ਤਰ੍ਹਾਂ ਨਾਲ ਉਸਤੇ ਆਪਣੀ ਬੇਟੀ ਦੇ ਬਰਾਬਰ ਦਾ ਜਿਹੜਾ ਕਿ ਵਰ ਲੱਭਣ ਵਾਸਤੇ ਪਿਤਾ ਫਿਰ ਜਾਂਦਾ ਹੈ। ਹਰ ਅੱਗ ਹੀ ਛੱਡ ਜਾਵੇ ਸਈਓ ਹਰ ਬਾਬਲ ਦਾ ਦੇਸ। ਔਰ ਹਰ ਲੜਕੀ ਫਿਰ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਆਪਣੇ ਪਤੀ ਦੇ ਘਰ ਚਲੇ ਜਾਂਦੀ ਹੈ। ਲਾ ਤਲੀਆਂ ਤੇ ਮਹਿੰਦੀ ਤੇ ਪਾ ਕੇ ਅੱਗ ਦਾ ਵੇਸ। ਆਪਣੇ ਹੱਥਾਂ ਤੇ ਮਹਿੰਦੀ ਲਾ ਕੇ ਅੱਗ ਦਾ ਵੇਸ ਮਤਲਬ ਕਿ ਲਾਲ ਰੰਗ ਦਾ ਜੋੜਾ ਪਾ ਕੇ, ਵਿਆਹ ਵਾਲਾ ਜੋੜਾ ਪਾ ਕੇ ਲੜਕੀ ਜਿਹੜੀ ਪਿਤਾ ਦੇ ਘਰ ਨੂੰ ਛੱਡ ਕੇ ਆਪਣੇ ਸਸੁਰਾਲ ਜਿਹੜੀ ਚਲੇ ਜਾਂਦੀ ਹੈ। ਨੀ ਮੈਂ ਅੱਗ ਟੁਰੀ ਪਰਦੇਸ। ਲੜਕੀ ਕਹਿ ਰਹੀ ਕਿ ਮੈਂ ਫਿਰ ਆਪਣੇ ਸਸੁਰਾਲ ਚਲੀ ਜਾਂਦੀ ਹਾਂ। ਲੂਣਾ ਕਵਿਤਾ ਦੇ ਤੀਸਰੇ ਪੈਰੇ ਵਿੱਚ ਜਦੋਂ ਲੜਕੀ ਦਾ ਵਿਆਹ ਹੋ ਜਾਂਦਾ ਹੈ, ਆਪਣੇ ਸਸੁਰਾਲ ਚਲੀ ਜਾਂਦੀ ਹੈ, ਉੱਥੇ ਆਪਣਾ ਪਤੀ ਦੇਖਦੀ ਹੈ, ਫਿਰ ਜਾ ਕੇ ਕਹਿੰਦੀ ਹੈ ਪਰ ਸਈਓ ਮੈਂ ਕੈਸੀ ਅਗ ਹਾਂ ਕੈਸੇ ਮੇਰੇ ਲਈ। ਕਿ ਮੇਰੀ ਸਹੇਲੀਓ ਮੈਂ ਕੈਸੀ ਲੜਕੀ ਹਾਂ, ਕੈਸੀ ਮੇਰੀ ਕਿਸਮਤ ਹੈ। ਜੋ ਬਾਬਲ ਵਰ ਢੂੰਡ ਲਿਆਇਆ ਸੋ ਨਾ ਆਇਆ ਮੇਚ। ਨੀ ਮੈਂ ਅੱਗ ਟੁਰੀ ਪਰਦੇਸ। ਕਿ ਮੇਰੇ ਪਿਤਾ ਨੇ ਜਿਹੜਾ ਵਰ ਢੂੰਡਿਆ ਮੇਰੇ ਵਾਸਤੇ ਉਹ ਮੇਰੇ ਮੇਚ ਦਾ ਨਹੀਂ ਹੈ। ਯਾਨੀ ਕਿ ਲੜਕੀ ਤਾਂ ਛੋਟੀ ਉਮਰ ਦੀ ਹੈ ਔਰ ਉਸਦਾ ਜਿਹੜਾ ਘਰ ਵਾਲਾ ਉਸਦੇ ਪਿਤਾ ਨੇ ਲੱਭਿਆ ਹੈ ਉਹ ਬੁੱਢਾ ਹੈ, ਉਸ ਤੋਂ ਕਾਫੀ ਵਡੇਰੀ ਉਮਰ ਦਾ ਹੈ। ਸੋ ਉਸ ਲੜਕੀ ਦੇ ਬਰਾਬਰ ਦਾ ਉਸਦਾ ਪਤੀ ਨਹੀਂ ਮਿਲਿਆ। ਤੇ ਉਹ ਕਹਿ ਰਹੀ ਕਿ ਮੇਰੀ ਕੈਸੀ ਕਿਸਮਤ ਹੈ ਕਿ ਮੈਨੂੰ ਮੇਰੇ ਪਿਤਾ ਨੇ ਜਿਹੜਾ ਮੇਰਾ ਲੜ ਹੈ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਲਾ ਦਿੱਤਾ ਹੈ। ਸੋ ਇਹ ਸੀ ਕਵਿਤਾ ਸੀ ਲੂਣਾ। ਉਮੀਦ ਕਰ ਰਹੀ ਹੈ ਤੁਹਾਨੂੰ ਚੰਗੀ ਤਰ੍ਹਾਂ ਸਾਰੀ ਕਵਿਤਾ ਸਮਝ ਆ ਜਾਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਹੈ ਤੁਸੀਂ ਮੇਰੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਮੈਂ ਉਸਨੂੰ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।